ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਲਾ ਤੀਜਾ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ। ਗੁਰ ਪ੍ਰਸਾਦੀ ਕਰ ਹੀ ਮਹਿ ਪਾਈ। ਗੁਰ ਪ੍ਰਸਾਦੀ ਕਰ ਹੀ ਮਹਿ ਪਾਈ। ਸਦਾ ਸਰੇਵੀ ਇੱਕ ਮਨ ਧਿਆਈ। ਸਦਾ ਸਰੇਵੀ ਇੱਕ ਮਨ ਧਿਆਈ। ਗੁਰਮੁਖ ਸੱਚ ਸਮਾਵਨਿਆ। ਗੁਰਮੁਖ ਸੱਚ ਸਮਾਵਣਿਆ। ਹਉ ਵਾਰੀ ਜੀਉ ਵਾਰੀ। ਹਉ ਵਾਰੀ ਜੀਉ ਵਾਰੀ। ਜਗ ਜੀਵਨ ਮਨ ਵਸਾਵਨਿਆ। ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ। ਹਰ ਜਗ ਜੀਵਨ ਨਿਰਭਉ ਦਾਤਾ। ਗੁਰਮਤਿ ਸਹਿਜ ਸਮਾਵਨਿਆ। ਗੁਰਮਤਿ ਸਹਿਜ ਸਮਾਵਣਿਆ। ਰਹਾਉ ਰਹਾਉ ਘਰ ਮਹਿ ਕਰ ਮੈਂ ਧਰਤੀ ਤੋਲ ਪਾਤਾਲਾ। ਧਰਤੀ ਤੋਲ ਪਤਾਲਾ। ਕਰ ਹੀ ਮਹਿ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਪ੍ਰੀਤਮ ਸਦਾ ਹੈ ਵਾਲਾ। ਸਦਾ ਆਨੰਦ ਰਹੈ ਸੁਖ ਦਾਤਾ। ਸਦਾ ਆਨੰਦ ਰਹਿ ਸੁਖ ਦਾਤਾ। ਗੁਰਮਤਿ ਸਹਿਜ ਸਮਾਵਨਿਆ। ਗੁਰਮਤਿ ਸਹਿਜ ਸਮਾਵਣਿਆ। ਕਾਇਆ ਅੰਦਰ ਹਉ ਮੈਂ ਮੇਰਾ। ਕਾਇਆ ਅੰਦਰ ਹੋ ਮੈਂ ਮੇਰਾ। ਜੰਮਨ ਮਰਨ ਨ ਚੁਕੈ ਫੇਰਾ। ਜੰਮਨ ਮਰਨ ਨ ਚੁਕੈ ਫੇਰਾ। ਗੁਰਮੁਖ ਹੋਵੈ ਸੋ ਹਉ ਮੈਂ ਮਾਰੇ। ਗੁਰਮੁਖ ਹੋਵੈ ਸੋ ਹੋ ਮੈਂ ਮਾਰੇ। ਸੱਚੋ ਸੱਚ ਧਿਆਵਨਿਆ। ਸੱਚੋ ਸੱਚ ਧਿਆਵਣਿਆ। ਕਾਇਆ ਅੰਦਰ ਪਾਪ ਪੁੰਨ ਦੁਇ ਪਾਈ। ਕਾਇਆ ਅੰਦਰ ਪਾਪ ਪੁੰਨ ਦੁਇ ਪਾਈ। ਦੋਹੀ ਮਿਲ ਕੈ ਸ੍ਰਿਸ਼ਟ ਉਪਾਈ। ਦੋਹੀ ਮਿਲ ਕੈ ਸ੍ਰਿਸ਼ਟ ਉਪਾਈ। ਦੋਵੇਂ ਮਾਰ ਜਾਏ ਇਕਤ ਕਰ ਆਵੈ। ਦੋਵੇਂ ਮਾਰ ਜਾਏ ਇਕਤ ਕਰ ਆਵੈ। ਗੁਰਮਤਿ ਸਹਿਜ ਸਮਾਵਨਿਆ। ਗੁਰਮਤਿ ਸਹਿਜ ਸਮਾਵਣਿਆ। ਕਰ ਹੀ ਮਾਹੇ ਕਰ ਹੀ ਮਾਹੇ ਦੂਜੈ ਭਾਏ ਅਨੇਰਾ। ਦੂਜੇ ਪਾਏ ਅਨੇਰਾ। ਚਾਨਨ ਹੋਵੈ ਚਾਨਣ ਹੋਵੈ ਛੋੜੈ ਹਉ ਮੈਂ ਮੇਰਾ। ਛੋਟੇ ਹੋ ਮੈਂ ਮੇਰਾ। ਪ੍ਰਗਟ ਸ਼ਬਦ ਹੈ ਸੁਖ ਦਾਤਾ। ਪ੍ਰਗਟ ਸ਼ਬਦ ਹੈ ਸੁਖ ਦਾਤਾ। ਅਨ ਦਿਨ ਨਾਮ ਧਿਆਵਨਿਆ। ਅਨ ਦਿਨ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ। ਅੰਤਰ ਜੋਤ ਪਰ
ਪ੍ਰਗਟ ਸੰਸਾਰਾ ਅੰਤਰ ਜੋਤ ਪ੍ਰਗਟ ਪਾਸਾਰਾ ਅੰਤਰ ਜੋਤ ਪ੍ਰਗਟ ਪਾਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਨਿਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਨਜੇ ਸਦਾ ਵਾਪਾਰੀ ਗੁਰਮੁਖ ਬਣਜੇ ਸਦਾ ਵਾਪਾਰੀ ਲਾਹਾ ਨਾਮ ਸਦ ਪਾਵਨਿਆ ਲਾਹਾ ਨਾਮ ਸਦ ਪਾਵਣਿਆ ਆਪੇ ਵਥ ਰਾਖੈ ਆਪੇ ਦੇ ਆਪੇ ਵਤ ਰਾਖੇ ਆਪੇ ਦੇ ਗੁਰਮੁਖ ਵਨਜੈ ਕੇਈ ਕੇ ਗੁਰਮੁਖ ਬਣਜੈ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਕਰ ਕਿਰਪਾ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਜੀ ਮਹਾਰਾਜ 126 ਨੰਬਰ ਪੰਨੇ ਤੇ ਮਾਝ ਰਾਗ ਵਿੱਚ ਸਾਨੂੰ ਸਮਝਾ ਰਹੇ ਨੇ, ਸਿੱਖਿਆ ਦੇ ਰਹੇ ਨੇ ਸਾਡੇ ਜੀਵਨ ਵਾਸਤੇ, ਤਾਂ ਜੋ ਸਾਡਾ ਜੀਵਨ ਵਧੀਆ ਬਣ ਸਕੇ, ਸਾਡਾ ਮਨ ਪੜ੍ਹਾਈ ਵਿੱਚ ਲੱਗ ਸਕੇ, ਅਸੀਂ ਛੁੱਟੀਆਂ ਨਾ ਮੰਗੀਏ ਕਿ ਥੋੜ੍ਹਾ ਪੜ੍ਹਨਾ ਪਵੇ, ਸਾਡਾ ਮਨ ਇੰਨਾ ਮਜ਼ਬੂਤ ਹੋਵੇ ਕਿ ਅਸੀਂ ਸਾਰਾ ਦਿਨ ਪੜ੍ਹਾਈ ਵਿੱਚ ਲੱਗੇ ਰਹੀਏ। ਤੇ ਗੁਰੂ ਜੀ ਸਾਨੂੰ ਇਹ ਸਿੱਖਿਆ ਦੇ ਰਹੇ ਨੇ। ਜੇ ਅਸੀਂ ਖੇਡੀਏ ਉਹ 'ਚੋਂ ਵੀ ਸਿੱਖੀਏ, ਪੜ੍ਹੀਏ ਉਸ ਤੋਂ ਸਿੱਖਣਾ ਹੀ ਸਿੱਖਣਾ ਹੈ। ਮਤਲਬ ਕੋਈ ਵੀ ਐਸਾ ਕਾਰਜ ਕਰੀਏ ਉਹ ਜੋ ਸਿੱਖਣ ਨੂੰ ਮਿਲੇ ਕੁਛ, ਉਹ ਕਾਰਜ ਕਰੋ। ਜੇ ਪੜ੍ਹਾਈ ਤੋਂ ਇਲਾਵਾ ਵੀ ਕਾਰਜ ਕਰਨੇ ਨੇ ਉਹ ਕਾਰਜ ਕਰੀਏ ਜਿਨ੍ਹਾਂ ਤੋਂ ਕੁਛ ਸਿੱਖਣ ਨੂੰ ਮਿਲੇ। ਬੈੱਡ 'ਤੇ ਪੈ ਕੇ ਸੁੱਤੇ ਰਹਿ ਕੇ ਕੁਛ ਪ੍ਰਾਪਤੀ ਨਹੀਂ ਹੁੰਦੀ, ਉਲਟਾ ਜੀਵਨ ਆਲਸੀ ਹੋ ਜਾਂਦਾ। ਠੀਕ ਹੈ ਜੀ, ਇਹ ਆਪਣੇ ਮਨ ਨੂੰ ਸਮਝਾਉਣਾ ਹੈ ਵੀ ਸਵੇਰੇ ਉੱਠ ਖੜ੍ਹੇ ਤਾਂ ਪੂਰਾ ਦਿਨ ਢੂਹੀ ਨਹੀਂ ਲਾਣੀ। ਹੌਲੀ ਹੌਲੀ ਸਮਾਂ ਨਿਕਲੂ, ਸਾਲ 2 ਸਾਲ 4 ਸਾਲ 5 ਸਾਲ ਤੁਸੀਂ ਵੱਡੇ ਹੋਵੋਗੇ, ਤੁਹਾਡੇ ਸਰੀਰ ਨੇ ਉਹ ਆਦਤ ਬਣਾ ਲੈਣੀ ਹੈ ਵੀ ਇਹ ਤਾਂ ਪੈਣ ਦਾ ਕੰਮ ਤਾਂ ਹੈ ਹੀ ਨਹੀਂ। ਤੁਹਾਡੇ ਸਰੀਰ ਨੇ ਜੇ ਤੁਸੀਂ ਪਾਓਗੇ ਨਾ ਉਹ ਕਹਿਣਾ ਤੂੰ ਪਿਆ ਕਿਉਂ ਹੈ, ਸਰੀਰ ਕੋ ਉੱਠ ਕੰਮ ਕਰ। ਮਤਲਬ ਬੋਡੀ ਫਿਰ ਆਪਣੇ ਆਪ ਕੰਮ ਕਰਨਾ ਸਟਾਰਟ ਕਰ ਦੇਗੀ, ਪਰ ਪਹਿਲਾਂ ਤੁਸੀਂ ਉਹਦੀ ਪ੍ਰੈਕਟਿਸ ਕਰਾਉਣੀ ਹੈ, ਉਹਨੂੰ ਹੋਏ ਜਾ ਬਣਾ ਲੈਣਾ ਹੈ। ਠੀਕ ਹੈ ਜੀ, ਇਹ ਮਿਹਨਤ ਦਾ ਸਮਾਂ ਹੈ। ਜਿਹੜਾ ਸਮਾਂ ਆ ਰਿਹਾ ਨਾ, ਜਿਵੇਂ ਜਪਜੀ ਸਾਹਿਬ ਵੀ ਸ਼ਰਮ ਖੰਡ ਦੀ ਗੱਲ ਕਰਦੇ ਨੇ, ਮਿਹਨਤ ਦਾ ਸਮਾਂ, ਉਹ ਖੰਡ ਸਾਡੇ ਅੰਦਰ ਹੀ ਹੈ ਜਿੱਥੇ ਅਸੀਂ ਮਿਹਨਤ ਕਰਨੀ ਹੈ। ਘਾਟ ਤਾਂ ਘੜੀਆਂ ਜਾਣੀਆਂ ਜਿੱਥੇ ਘਾਟ ਘੜੀ ਹੈ। ਤੇ ਜਿਹੜੇ ਮਿਹਨਤ ਕਰਦੇ ਨੇ ਫਿਰ ਕਹਿੰਦਾ ਤਾਕੀਆਂ ਗੱਲਾਂ ਉਹਨਾਂ ਦੀਆਂ ਗੱਲਾਂ ਫਿਰ ਕਹੀਆਂ ਹੀ ਜਾਂਦੀਆਂ, ਜਿਹੜਾ ਕੁਝ ਬਣ ਕੇ ਦਿਖਾਉਂਦੇ ਨੇ, ਹੈ ਨਾ। ਤਾਂ ਸ਼ਰਮ ਖੰਡ ਮਿਹਨਤ ਦਾ ਖੰਡ ਹੈ ਜਿੱਥੇ ਅਸੀਂ ਮਿਹਨਤ ਕਰਨੀ ਹੈ। ਗੁਰੂ ਨਾਨਕ ਪਾਤਸ਼ਾਹ ਸਾਨੂੰ ਧਰਮ ਖੰਡ ਤੋਂ ਸਟਾਰਟ ਕਰਕੇ ਸਿੱਧਾ ਸੱਚਖੰਡ ਤੱਕ ਲੈ ਕੇ ਜਾਂਦੇ ਨੇ। ਸਾਰੇ ਖੰਡਾਂ ਰਾਹੀਂ ਵੀ ਤੁਸੀਂ ਕਿਵੇਂ ਕਿਵੇਂ ਆਪਣੇ ਜੀਵਨ ਨੂੰ ਬਣਾਓ। ਅਸੀਂ 5 ਖੰਡਾਂ ਵਿੱਚ ਜੀਵਨ ਜੀਣਾ ਹੈ। ਧਰਮ ਤੋਂ ਸਟਾਰਟ ਕਰਨਾ ਹੈ, ਫਿਰ ਗਿਆਨ ਲੈਣਾ ਹੈ, ਫਿਰ ਸ਼ਰਮ ਖੰਡ, ਕਰਮ ਖੰਡ, ਸੱਚਖੰਡ। ਠੀਕ ਹੈ ਜੀ, ਕਿਉਂਕਿ ਜਦੋਂ ਮਿਹਨਤ ਕੀਤੀ ਹੋਊਗੀ ਉਸ ਤੋਂ ਬਾਅਦ ਇਹ ਕਰਮ ਖੰਡ ਆਊਗਾ ਨਾ। ਸ਼ਰਮ ਖੰਡ ਤੁਸੀਂ ਮਿਹਨਤ ਕਰਨੀ ਹੈ, ਘਾਟਾਂ ਘੜਨੀਆਂ ਨੇ, ਜੀਵਨ 'ਚ ਬਦਲਾਵ ਲੈ ਕੇ ਆਉਣਾ ਹੈ। ਫਿਰ ਕਰਮ ਖੰਡ ਉਹ ਹੈ ਜਿੱਥੇ ਤੁਸੀਂ ਕੰਮ ਕਰਕੇ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੋ। ਪਹਿਲਾਂ ਮਿਹਨਤ ਕਰਕੇ ਸਿੱਖਿਆ, ਫਿਰ ਰਿਜ਼ਲਟ ਦਿਖਾਏ। ਕਰਮ ਖੰਡ ਦੇ ਵਿੱਚ ਰਿਜ਼ਲਟ ਉਹ ਖੰਡ ਹੈ ਜਿੱਥੇ ਤੁਸੀਂ ਰਿਜ਼ਲਟ ਦਿਖਾਉਂਦੇ ਹੋ। ਇੱਕ ਬੰਦੇ ਨੇ 10 ਸਾਲ ਗਰਾਊਂਡ 'ਚ ਮਿਹਨਤ ਕੀਤੀ, ਪੂਰੀ ਪ੍ਰੈਕਟਿਸ ਕੀਤੀ, ਪੂਰਾ ਜ਼ੋਰ ਲਾਇਆ, ਉਹ ਕਿਹੜਾ ਖੰਡ ਸੀਗਾ? ਸ਼ਰਮ ਖੰਡ। ਫਿਰ ਜੋ ਗਰਾਊਂਡ ਦੇ ਵਿੱਚ ਉਤਰਿਆ ਕੰਪੀਟੀਸ਼ਨ 'ਚ, ਉਹ ਕਰਮ ਖੰਡ ਸਟਾਰਟ ਹੋ ਗਿਆ। ਉੱਥੇ ਉਹਨੇ ਕਰਮ ਕਰਿਆ। ਕਰਮ ਦਾ ਮਤਲਬ ਬਖਸ਼ਿਸ਼ ਵੀ ਹੈ। ਠੀਕ ਹੈ ਜੀ, ਪਰ ਬਖਸ਼ਿਸ਼ ਕਿਵੇਂ ਹੋਈ? ਪਹਿਲਾਂ ਸ਼ਰਮ ਕੀਤਾ, ਪਹਿਲਾਂ ਮਿਹਨਤ ਕੀਤੀ, ਫਿਰ ਜਦੋਂ ਭੱਜ ਕੇ ਜਿੱਤ ਪ੍ਰਾਪਤ ਕੀਤੀ ਤਾਂ ਵਡਿਆਈਆਂ ਮਿਲੀਆਂ, ਬਖਸ਼ਿਸ਼ਾਂ ਮਿਲੀਆਂ। ਬਖਸ਼ਿਸ਼ਾਂ ਉਦੋਂ ਮਿਲਦੀਆਂ ਨੇ ਜਦੋਂ ਤੁਸੀਂ ਸ਼ਰਮ ਖੰਡ ਦੇ ਵਾਲੇ ਪੜਾਅ ਨੂੰ ਪਾਰ ਕਰਕੇ ਜਾਂਦੇ ਹੋ।
ਮਿਹਨਤ ਵਾਲੇ ਪੜਾਅ ਨੂੰ ਪਾਰ ਕਰਕੇ ਜਾਂਦੇ ਹੋ। ਜਦੋਂ ਪੜ੍ਹਾਈ ਕਰਕੇ ਕੁਛ ਸਟੇਜ 'ਤੇ ਕੁਝ ਜਿੱਤਦੇ ਹੋ ਫਿਰ ਪ੍ਰਾਈਜ਼ ਮਿਲਦਾ ਨਾ, ਬਖਸ਼ਿਸ਼ ਹੈ, ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਆਪਣੇ 'ਤੇ। ਫਿਰ ਸਮਝੋ ਇਸ ਕਹਾਣੀ ਨੂੰ। ਬਾਬਾ ਨਾਨਕ ਦਾ ਇੱਕ ਇੱਕ ਸ਼ਬਦ ਸਾਨੂੰ ਕਿੱਥੋਂ ਤੋਂ ਕਿੱਥੇ ਪਹੁੰਚਾਉਣ ਵਾਸਤੇ, ਸੱਚਖੰਡ ਤੱਕ ਲੈ ਕੇ ਜਾ ਰਹੇ ਸਾਨੂੰ। ਅਸੀਂ ਫਿਰ ਉਹੀ ਗੰਦਗੀ ਝੱਠੇ ਖੂਹਾਂ 'ਚ ਫਸ ਗਏ ਜਾ ਕੇ। ਬਾਣੀ ਨੂੰ, ਅਰਥਾਂ ਨੂੰ ਆਪਣੇ ਜੀਵਨ 'ਤੇ ਲਾਗੂ ਕਰਕੇ ਸਮਝਿਆ ਹੀ ਨਹੀਂ ਹੈਗਾ, ਅਤੇ ਬਾਬਿਆਂ ਨੇ ਸਾਨੂੰ ਸਮਝਣ ਦਿੱਤਾ ਹੀ ਨਹੀਂ। ਪਰ ਅਸੀਂ ਸ਼ੁਕਰ ਕਰੀਏ ਗੁਰੂ ਨਾਨਕ ਜੀ ਦਾ, ਫਿਰ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਵਿਅਕਤੀਆਂ ਦਾ, ਜਿਨ੍ਹਾਂ ਨੇ ਮਿਹਨਤ ਕਰਕੇ ਸਟੀਕ ਲਿਖੇ, ਅਰਥ ਲਿਖੇ। ਕਿਉਂਕਿ ਦੇਖੋ ਰਾਹ ਤਾਂ ਕੋਈ ਦਿਖਾਉਂਦਾ ਹੀ ਹੈ ਨਾ। ਕੱਲ੍ਹ ਨੂੰ ਸਾਨੂੰ ਗਿਆਨ ਥੋੜ੍ਹਾ ਜ਼ਿਆਦਾ ਹੋ ਜਾਵੇ, ਅਸੀਂ ਕੀ ਲੈ, ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਕੁਝ ਵੀ ਨਹੀਂ ਲਿਖਿਆ, ਤੇ ਸਾਡੇ ਮਨ 'ਚ ਹੰਕਾਰ ਆ ਜਾਵੇ। ਪਰ ਅਸੀਂ ਸੋਚੀਦਾ ਸੀ ਵੀ ਸਟਾਰਟਿੰਗ ਦਾ ਪ੍ਰਾਇਮਰੀ ਟੀਚਰ ਤੋਂ ਹੀ ਕੀਤੀ ਸੀ ਨਾ, ਜੇ ਤੂੰ ਡਾਕਟਰ ਬਣ ਗਿਆ ਫਿਰ ਕੀ ਹੋ ਗਿਆ। ਕਈ ਵਿਅਕਤੀ ਐਸੇ ਨੇ ਵੀ ਡਾਕਟਰ ਬਣ ਜਾਂਦੇ ਨੇ, ਫਿਰ ਕਹਿੰਦੇ ਵੀ ਇਹ ਕਿ ਇਹਨਾਂ ਨੂੰ ਕੀ ਆਉਂਦਾ, ਉਹਨੂੰ ਸਮਝ ਨਹੀਂ ਆਉਂਦੀ। ਕਿਸੇ ਟਾਈਮ ਉਹਨਾਂ ਨਾਲ ਹੀ ਬੈਠਿਆ ਸੀ ਆ ਕੇ, ਉਹਨਾਂ ਨੇ ਜਿਹਦੇ ਮੂੰਹ 'ਚ ਊੜਾ ਆੜਾ ABC ਜੇ ਉਹਦਾ ਕੁਛ ਮੈਥ ਪਾਇਆ ਸੀਗਾ। ਜੇ ਉੱਥੋਂ ਸਟਾਰਟ ਹੋਈ ਤਾਂ ਤੂੰ ਇੱਥੇ ਤੱਕ ਪਹੁੰਚਿਆ। ਮਤਲਬ ਨਿੰਦਣਾ ਨਹੀਂ ਹੈ, ਰਿਸਪੈਕਟ ਕਰਨੀ ਹੈ ਉਹਨਾਂ ਦੀ। ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਾਂ ਜਿਨ੍ਹਾਂ ਨੇ ਵੀ ਆਪਾਂ ਨੂੰ ਇਹ ਰਾਹ ਦਿਖਾਏ ਨੇ, ਅਸੀਂ ਨਿੰਦਿਆ ਨਹੀਂ ਕਰਨੀ, ਅਸੀਂ ਉਹਨਾਂ ਦੀ ਮਿਹਨਤ ਨੂੰ ਪ੍ਰਣਾਮ ਕਰੀਏ ਕਿ ਉਹਨਾਂ ਨੇ ਸਾਡੇ ਲਈ ਰਾਹ ਸਟਾਰਟ ਤਾਂ ਕੀਤਾ, ਤੁਸੀਂ ਅੱਗੇ ਹੋਰ ਬਣਾ ਲਓ। ਜੇ ਸ਼ਾਇਦ ਉਹਨਾਂ ਨੇ ਨਾ ਸਟਾਰਟ ਕੀਤਾ ਤਾਂ ਹੱਥੋਂ ਬੰਨਾ ਵੀ ਨਹੀਂ ਸੀਗਾ। ਜਿਹੜੇ 25 30 35 ਸਾਲ ਪ੍ਰੋਫੈਸਰ ਸਾਹਿਬ ਸਿੰਘ ਲਾਏ ਨੇ ਪਰਿਵਾਰ ਨੂੰ ਵਿੱਚ ਰਹਿ ਕੇ, ਆਪਣੇ ਰਿਸ਼ਤੇਦਾਰੀਆਂ ਛੱਡ ਕੇ, ਮੋਹ ਮਾਇਆ ਛੱਡ ਕੇ, ਅਸੀਂ ਤਾਂ ਛੱਡ ਵੀ ਨਹੀਂ ਪਾਉਂਦੇ ਆਪਣੇ ਪਰਿਵਾਰਾਂ ਨੂੰ। ਤਾਂ ਇਹ ਸਮਝਣ ਦਾ ਪੁਆਇੰਟ ਹੈ ਇੱਕ, ਠੀਕ ਹੈ ਜੀ। ਗੁਰੂ ਜੀ ਕਹਿੰਦੇ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈਂ। ਜੋ ਮੇਰੇ ਉਹ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਨੇ, ਜੋ ਪਰਮਾਤਮਾ ਹੈ, ਉਹ ਸਾਰੀਆਂ ਜਗ੍ਹਾਵਾਂ 'ਤੇ ਹੀ ਨਿਵਾਸ ਕਰ ਰਿਹਾ ਹੈ। ਜਿਵੇਂ ਕੱਲ੍ਹ ਆਪਾਂ ਏਕਾ ਜੋ ਜੋਤ ਹੈ ਸ਼ੀਰਾ ਪੜ੍ਹਿਆ ਸੀ ਨਾ, ਤਾਂ ਗੁਰੂ ਜੀ ਕਹਿੰਦੇ ਉਹੀ ਆਪਾਂ ਸ਼ਬਦ ਦੀ ਲੜੀ ਨੂੰ ਅੱਗੇ ਤੋਰਦੇ ਹਾਂ। ਗੁਰੂ ਜੀ ਕੀ ਕਹਿੰਦੇ ਨੇ, ਉੱਠੋ ਭਾਈ ਸੋਵੋ ਨਾ, 5 ਮਿੰਟ 'ਚ ਸੋ ਗਏ। ਕੀ ਕਹਿੰਦੇ ਨੇ ਗੁਰੂ ਜੀ, ਮੇਰਾ ਪ੍ਰਭ ਆਪਾਂ ਕਹਾਵਤ ਹੈ ਨਾ ਪੰਜਾਬੀ 'ਚ ਆਪਣੇ, ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ। ਪਤਾ ਨਾ ਇਸ ਚੀਜ਼ ਕਹਾਵਤ ਦਾ ਮਤਲਬ ਕੀ ਹੈ। ਦੋ ਬੰਦੇ ਦੀਆਂ ਮੱਝਾਂ ਨੇ ਸੂਣਾ ਸੀਗਾ, ਠੀਕ ਹੈ ਜੀ। ਹੁਣ ਇੱਕ ਦੀ ਮੱਝ ਨੇ ਕੱਟੀ ਦਿੱਤੀ, ਇੱਕ ਦੀ ਮੱਝ ਨੇ ਕੱਟਾ ਦਿੱਤਾ, ਬੱਚੀ ਉਹ ਫੀਮੇਲ। ਹੁਣ ਕੱਟੀ ਦਾ ਫਾਇਦਾ ਕੋਈ ਦੁੱਧ ਦਿੰਦੀ ਹੈ ਬੜੀ ਹੋ ਕੇ, ਕੱਟੇ ਦਾ ਕੋਈ ਫਾਇਦਾ ਨਹੀਂ ਹੈ। ਹੁਣ ਜਿਹੜਾ ਜਾਗਦਾ ਸੀ ਉਹਦੀ ਮੱਝ ਨੇ ਕੱਟਾ ਦਿੱਤਾ ਸੀ, ਪਰ ਉਹਨੇ ਕੀ ਕੀਤਾ, ਬਦਲ ਲਏ। ਉਹ ਸੁੱਤਾ ਪਿਆ ਸੀ, ਇਹਨੇ ਕੱਟੀ ਦਿੱਤੀ ਸੀ, ਉਹਨੇ ਕੱਟਾ ਉਹਦੇ ਵਾਲੇ ਪਾਸੇ ਰੱਖਤਾ, ਕੱਟੀ ਜਾ ਕੇ ਆਪਣੇ ਵਾਲੇ ਪਾਸੇ ਰੱਖ ਲਈ। ਹੁਣ ਸੁੱਤੇ ਪਏ ਦਾ ਨੁਕਸਾਨ ਹੋ ਗਿਆ ਨਾ, ਜਦੋਂ ਕਿ ਕੱਟੀ ਉਹਦੀ ਸੀ। ਤਾਂ ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ, ਕਹਾਵਤਾਂ ਬਣੀ ਸੀ। ਜਾਗੋਗੇ ਕੁਝ ਪ੍ਰਾਪਤ ਹੋ ਜਾਊਗਾ, ਸੌਵੋਗੇ ਤੁਹਾਡੀ ਚੀਜ਼ ਵੀ ਚਲੀ ਜਾਊਗੀ। ਜੇ ਤੁਹਾਡੇ ਕੋਲ ਹੈ ਨਾ ਤੁਹਾਡਾ ਹੱਕ, ਜਿਹੜੀ ਚੀਜ਼ ਸੀ ਉਹ ਵੀ ਚਲੀ ਜਾਣੀ ਹੈ ਸੌਣ ਵਾਲੇ ਬੰਦੇ ਦੀ। ਖਿਆਲ ਰੱਖਿਓ, ਇਹ ਸਾਰਿਆਂ 'ਤੇ ਲਾਗੂ ਹੁੰਦਾ ਹੈ। ਆਲਸੀ ਜੀਵਨ ਬਣਾਵਾਂਗੇ, ਜੋ ਤੁਹਾਡੇ ਕੋਲ ਹੈ ਉਹ ਵੀ ਹੌਲੀ ਹੌਲੀ ਖਤਮ ਹੋ ਜਾਊਗਾ। ਇਹ ਸੱਚ ਹੈ, ਇਹ ਲਾਗੂ ਹੁੰਦਾ ਹੈ। ਇਹ ਕੁਦਰਤ ਦਾ ਨਿਯਮ ਹੈ, ਪਰਮਾਤਮਾ ਦਾ ਨਿਯਮ ਹੈ। ਜ਼ਿੰਦਗੀ ਦੇ ਵਿੱਚ ਤਾਕਤਵਰ ਹੀ ਜੇਤੂ ਰਹਿੰਦੇ ਨੇ। ਆਪਾਂ ਨੇ ਫਿਲਮਾਂ ਕਹਿ ਕੇ ਆਪਾਂ ਦੇਖਦੇ ਹਾਂ, ਵਾਈਲਡ ਐਨੀਮਲ ਦੇਖਦੇ ਹਾਂ, ਜਿਵੇਂ ਫੀਮੇਲ ਵਾਸਤੇ ਦੋ ਮੇਲ ਲੜਦੇ ਨੇ, ਲੜਦੇ ਦੇਖੇ ਨੇ ਨਾ। ਕਿਉਂ ਹੈ ਇਹ, ਉਹਨਾਂ ਦੇ 'ਚ ਹੀ ਭਾਵਨਾ ਕਿਉਂ ਹੈ। ਇਹ ਕੁਦਰਤ ਦਾ ਨਿਯਮ ਹੈ। ਕੁਦਰਤ ਕਹਿੰਦੀ ਹੈ ਤਾਕਤਵਰ ਬਣੋ। ਕੁਦਰਤ ਕੀ ਕਹਿੰਦੀ ਹੈ, ਕੁਦਰਤ ਕਹਿੰਦੀ ਜੋ ਤਾਕਤਵਰ ਹੈ ਉਹੀ ਅੱਗੇ ਚੱਲੇ, ਉਹਦੀ ਪੀੜ੍ਹੀ ਅੱਗੇ ਚੱਲੇ। ਤਾਂ ਜੋ, ਕਿਉਂਕਿ ਕੁਦਰਤ ਦੇ ਵਿੱਚ ਹੀ ਪਰਮਾਤਮਾ ਹੈ, ਸਾਰੀ ਜਗ੍ਹਾ 'ਤੇ ਵਸਿਆ ਹੋਇਆ ਹੈ। ਕੁਦਰਤ ਆਪਣੇ ਆਪ ਨੂੰ ਤਕੜਾ ਕਰਨਾ ਚਾਹੁੰਦੀ ਹੈ ਕਿ ਮੈਂ ਮਜ਼ਬੂਤ ਹੋਵਾਂ। ਸਮਝੋ ਕਹਾਣੀ ਨੂੰ। ਅਤੇ ਕਮਜ਼ੋਰ ਨੂੰ ਕਹਿੰਦੀ ਹੈ ਵੀ ਇਹ ਛੱਡ ਜਾਵੇ। ਜੋ ਕਮਜ਼ੋਰ ਆ ਉਹਦੀ ਛਾਂਟੀ ਹੋ ਜਾਵੇ, ਜਿਹਦਾ ਮਨੋਬਲ ਕਮਜ਼ੋਰ ਹੈ।
ਜੇ ਆਪਾਂ ਹੁਣ ਕਰੋਨਾ ਸਮੇਂ 'ਚ ਵੀ ਦੇਖੀਏ, ਜਿਨ੍ਹਾਂ ਦੇ ਇਮਿਊਨਿਟੀ ਸਿਸਟਮ ਤਕੜੇ ਸੀ ਬਚੇ, ਕਮਜ਼ੋਰ ਨੂੰ ਕੁਦਰਤ ਲੈ ਗਈ। ਆਪਣੇ ਆਪ ਨੂੰ ਦਿਮਾਗ ਪੱਖੋਂ ਵੀ, ਸਰੀਰ ਪੱਖੋਂ ਵੀ ਤਾਕਤਵਰ ਬਣਨ ਵਾਲੇ ਪਾਸੇ ਜਾਈਏ। ਚਾਹੇ ਮੈਂ ਆ, ਚਾਹੇ ਤੁਸੀਂ ਹੋ, ਜਾਂ ਕੋਈ ਹੋਰ ਹੈ। ਜਿੱਥੇ ਵੀ ਕਮਜ਼ੋਰੀ ਆਊਗੀ ਤੁਹਾਨੂੰ ਛਾਂਟ ਦਿੱਤਾ ਜਾਊਗਾ। ਇਹ ਨਿਯਮ ਕੁਦਰਤ ਦਾ ਹੀ ਨਿਯਮ ਹੈ, ਇਸ ਨੂੰ ਕੋਈ ਪੱਖਪਾਤ ਜਾਂ ਕੋਈ ਲੈਣਾ ਦੇਣਾ ਨਹੀਂ ਹੈ। ਤੁਹਾਨੂੰ ਮਜ਼ਬੂਤ ਹੋਣਾ ਪੈਣਾ ਹੈ, ਕੋਈ ਹੱਲ ਇਸ ਦਾ ਨਹੀਂ ਹੈ। ਠੀਕ ਹੈ ਜੀ, ਇਹ ਬੜਾ ਸੋਹਣਾ ਸਿਸਟਮ ਹੈ, ਤੁਸੀਂ ਜਿੱਥੇ ਮਰਜ਼ੀ ਦੇਖ ਲਓ। ਪਾਪਾ ਆਪਾਂ ਨੇ ਡਾਇਨਾਸੌਰ ਵਾਲੀ ਮੂਵੀ 'ਚ ਤਾਂ ਦੇਖਿਆ ਸੀ ਵੀ ਦੋ ਜਿਹੜੇ ਸੀਗੇ ਡਾਇਨਾਸੌਰ ਉਹ ਲੜਦੇ ਸੀਗੇ ਵੀ ਉਹਨਾਂ ਦੀ ਜਾਤੀ ਦਾ ਕੌਣ ਪ੍ਰਧਾਨ ਬਣੂਗਾ। ਹਾਂ। ਜਿਹੜਾ ਕਮਜ਼ੋਰ ਸੀ ਉਹ ਹਾਰ ਗਿਆ ਸੀਗਾ। ਤਾਂ ਕੁਦਰਤ ਦਾ ਨਿਯਮ ਹੈ ਵੀ ਤਾਕਤਵਰ ਹੀ ਅੱਗੇ ਜਾਵੇ, ਤਾਕਤਵਰ ਹੀ ਰਾਜ ਕਰੂਗਾ। ਤਾਂ ਅਸੀਂ ਉਸ ਨਿਯਮ ਨੂੰ ਗੁਰੂ ਨਾਨਕ ਪਾਤਸ਼ਾਹ ਸਮਝਾ ਰਹੇ ਨੇ, ਸਾਨੂੰ ਸਮਝਾ ਰਹੇ ਨੇ ਵੀ ਤਾਕਤਵਰ ਬਣੋ, ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਪੜ੍ਹ ਲਿਖ ਕੇ ਉੱਚੀ ਪਦਵੀਆਂ 'ਤੇ ਜਾਓ, ਸੁਪਨੇ ਲਓ ਉੱਚੇ, ਉਹਨਾਂ ਨੂੰ ਕੰਮ ਕਰਨ ਲਈ ਵੀ ਸ਼ਰਮਖੰਡ ਦੇ ਵਿੱਚ ਆਓ। ਸ਼ਰਮਖੰਡ ਦੇ ਵਿੱਚ ਆਉਂਗੇ ਫਿਰ ਕਰਮਖੰਡ ਮਿਲੂਗਾ, ਬਖਸ਼ੀਸ਼ ਦਾ ਖੰਡ ਮਿਲੂਗਾ। ਫਿਰ ਬਖਸ਼ੀਸ਼ ਦੇ ਖੰਡ ਦੇ ਵਿੱਚ ਮਿਹਨਤਾਂ ਕਰੋਗੇ, ਮਨ ਸਾਫ਼ ਰੱਖੋਗੇ, ਫਿਰ ਸੱਚਖੰਡ ਮਿਲੂਗਾ, ਅੰਦਰ ਫਿਰ ਪ੍ਰਮਾਤਮਾ ਦਾ ਨਿਵਾਸ ਹੋਊਗਾ। ਇਹ ਕਹਾਣੀ ਨੂੰ ਸਮਝੀਏ, ਆਪਾਂ ਉਹਦੇ ਲਈ ਮਿਹਨਤ ਕਰੀਏ। ਜੇ ਵੱਡੇ ਅਹੁਦਿਆਂ 'ਤੇ ਜਾ ਕੇ ਬੈਠੋਗੇ, ਜਾ ਕੇ ਕੌਮ ਲਈ, ਆਪਣੇ ਗੁਰੂ ਦੇ ਦਿਸ਼ਾ ਨਿਰਦੇਸ਼ਾਂ ਲਈ ਕੁਛ ਕਰ ਲਓਗੇ। ਜੇ ਕੋਈ ਗਲਤ ਬੰਦੇ ਬੈਠਣਗੇ, ਜਿਵੇਂ ਬੈਠੇ ਨੇ ਅੱਜ ਕੱਲ੍ਹ ਦੇ ਸਮੇਂ ਵਿੱਚ, ਉਹ ਖਾ ਜਾਣਗੇ ਕੌਮਾਂ ਨੂੰ, ਸਹੀ ਚੀਜ਼ਾਂ ਨੂੰ, ਸੱਚ ਨੂੰ ਖਾ ਜਾਂਦੇ ਨੇ। ਪਰ ਕੁਦਰਤ ਦਾ ਇਸ 'ਚ ਕੋਈ ਕਸੂਰ ਨਹੀਂ। ਕੁਦਰਤ ਕਹਿੰਦੀ ਤੁਸੀਂ ਤਕੜੇ ਹੋ ਜਾਓ, ਫਿਰ ਤੁਹਾਨੂੰ ਮੌਕਾ ਦਿੰਦੇ ਆ ਨਾ, ਕੁਦਰਤ ਦਿੰਦੀ ਹੈ ਨਾ ਪੜ੍ਹਨ ਦਾ ਮੌਕਾ ਤੁਹਾਨੂੰ। ਤੁਸੀਂ ਪੜ੍ਹ ਕੇ ਜਾਓ IAS ਅਫਸਰ ਬਣ ਕੇ, ਫਿਰ ਲੋਕਾਂ ਦੀ ਕਰੋ ਸੇਵਾ। ਅੱਜ ਤਾਂ IAS ਅਫਸਰ ਖਾ ਰਹੇ ਨੇ, ਨੇਤਾ ਮਗਰ ਲਾ ਕੇ ਗਲਤ ਡਿਸੀਜਨ ਬਣਾ ਰਹੇ ਨੇ। ਤੁਸੀਂ ਦਿਖਾਓ ਆਪਣੀ ਸ਼ਕਤੀ, ਬਾਕੀਆਂ ਨੂੰ ਪ੍ਰੇਰਿਤ ਕਰੋ। ਜੇ 100 ਬੰਦਿਆਂ 'ਚੋਂ 50 ਬੰਦੇ ਵੀ ਸਹੀ ਉੱਪਰ ਚਲੇ ਗਏ, ਸਭ ਕੁਝ ਬਦਲ ਸਕਦਾ, ਸਭ ਕੁਝ ਸਹੀ ਹੋ ਸਕਦਾ। ਬਾਹਰਲੀਆਂ ਕੰਟਰੀਜ਼ ਵੀ ਤਾਂ ਲੋਕ ਕਰ ਰਹੇ ਨੇ, ਚੰਗੇ ਬੰਦੇ ਅੱਗੇ ਜਾ ਰਹੇ ਨੇ। ਜੇ ਸਮਝੋ ਇਸ ਕਹਾਣੀ ਨੂੰ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈਂ, ਮੇਰਾ ਉਹ ਪਰਮ ਪਿਤਾ ਸਾਰੀਆਂ ਥਾਵਾਂ 'ਤੇ ਹੀ ਵਸਿਆ ਹੋਇਆ। ਭਾਵ ਹਰ ਇੱਕ ਚੀਜ਼ 'ਚ, ਕਣ ਕਣ 'ਚ ਵਸਿਆ, ਉਹੀ ਚੱਲ ਰਿਹਾ ਹੈ, ਉਸੇ ਦਾ ਹੀ ਨਿਯਮ ਚੱਲ ਰਿਹਾ ਹੈ। ਇਹ ਚੌਂਕੜੀ ਮਾਰ ਕੇ ਬੈਠਣਾ ਵੀ ਸਰੀਰ ਨੂੰ ਤਾਕਤ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਸਰੀਰ ਦੀ ਤਾਕਤ ਬਣਦੀ ਹੈ। ਜੇ 2-3 ਸਾਲ ਲਗਾਤਾਰ ਚੌਂਕੜੀ ਮਾਰ, ਦੇਖਿਆ ਕਈ ਬੰਦੇ 2-2 4-4 ਘੰਟੇ 'ਚ ਅੱਧੀ ਬੈਠੇ ਰਹਿੰਦੇ, ਕੋਈ ਫਰਕ ਨਹੀਂ ਪੈਂਦਾ। ਆਪਾਂ ਨੂੰ 10 ਮਿੰਟ ਦੇ ਵਿੱਚ ਲੱਤਾਂ ਦੁਖਣ ਲੱਗ ਜਾਂਦੀਆਂ ਨੇ। ਕਿਉਂ? ਪ੍ਰੈਕਟਿਸ ਨਹੀਂ ਕੀਤੀ, ਸਰੀਰ ਨੂੰ ਐਂ ਲਸਾੜਿਆ ਬਚਪਨ ਤੋਂ। ਆਪਣੇ ਆਪ ਨਾਲ ਲੜੋ ਨਾ, ਕਿਸੇ ਦੇ ਕਹਿਣ 'ਤੇ ਨਹੀਂ, ਆਪਣੇ ਆਪ ਨਾਲ ਲੜੋ। ਆਪਣੇ ਆਪ ਨਾਲ ਲੜੋ ਕਿ ਨਹੀਂ ਵਾਸੀਆਂ ਲੈਣੀਆਂ, ਨਹੀਂ ਨੀਂਦ 'ਚ ਵੜਨਾ। ਠੀਕ ਹੈ ਨਾ, ਚੁਸਤੀ ਫੁਰਤੀ ਦਿਖਾਣੀ ਹੈ। ਇਹ ਹੌਲੀ ਹੌਲੀ ਆਉਂਦੀ ਹੈ ਚੀਜ਼, ਸਮਾਂ ਲੱਗਦਾ, ਸਹਿਜ। ਤਾਂ ਹੀ ਬਾਰ ਕਹਿੰਦੇ ਸਹਿਜ ਹੁੰਦਾ ਸਾਰਾ ਕੁਛ। ਕਾਹਲੀ ਨਾ ਕੁਛ ਨਹੀਂ ਹੁੰਦਾ ਵੀ ਅੱਜ ਐਂ ਬਹਿ ਗਏ ਕੱਲ੍ਹ ਨੂੰ ਫਿਰ ਉੱਦਾਂ ਹੀ ਹੋ ਗਏ। ਜਦੋਂ ਰੋਜ਼ ਇੱਦਾਂ ਹੀ ਬੈਠਾਂਗੇ ਨਾ ਐਕਟਿਵ ਹੋ ਕੇ, ਫਿਰ ਸਾਲਾਂ 2-3 ਸਾਲ ਦੇ ਵਿੱਚ ਪ੍ਰੋਸੈਸ ਖੜੀ ਹੋ ਜਾਂਦੀ ਹੈ, ਕੁਛ ਉਹਨਾਂ ਦੀ ਬਣਦੀ ਹੈ ਨਾ ਪ੍ਰੈਕਟਿਸ। ਸਮਝੋ। ਚਲੋ ਜੀ। ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਗੁਰੂ ਦੀ ਕਿਰਪਾ ਨਾਲ ਉਹ ਪਰਮ ਪਿਤਾ ਪਰਮਾਤਮਾ ਜੋ ਘਟ ਘਟ ਵਿੱਚ ਵਸਿਆ ਹੋਇਆ ਹੈ, ਉਹ ਇਸ ਸਰੀਰ ਦੇ ਅੰਦਰ ਹੀ ਮਿਲ ਜਾਂਦਾ ਹੈ। ਕਿਉਂਕਿ ਸਾਡੇ ਵੀ ਅੰਦਰ ਵਸਿਆ ਹੋਇਆ ਨਾ, ਗੁਰੂ ਦੇ ਕਿਰਪਾ ਨਾਲ, ਗੁਰੂ ਅਨੁਸਾਰ ਚੱਲ ਕੇ, ਸਟੈਪ ਬਾਈ ਸਟੈਪ। ਜੇ ਕਲਾਸ ਨੂੰ ਪੂਰਾ ਕਰਦੇ ਹਾਂ ਤਾਂ ਇੱਕ ਨਾ ਇੱਕ ਦਿਨ ਉੱਪਰਲੇ ਡੰਡੇ 'ਤੇ ਪਹੁੰਚ ਜਾਂਦੇ ਹਾਂ ਨਾ। ਤਾਂ ਗੁਰੂ ਅਨੁਸਾਰ ਕੀ ਡੰਡੇ ਚੱਲਾਂਗੇ। ਜਿਵੇਂ 38 ਪੌੜੀਆਂ ਨੇ ਜਪਜੀ ਸਾਹਿਬ ਦੀਆਂ, ਹੈ ਨਾ। ਜੇ ਇੱਕ ਪੌੜੀ ਨੂੰ ਸਮਝੀਏ, ਉਹਨੂੰ ਲਾਗੂ ਕਰੀਏ, ਦੂਜੀ ਨੂੰ ਸਮਝੀਏ, ਲਾਗੂ ਕਰੀਏ, ਇੱਕ ਦਿਨ ਅਸੀਂ ਸੱਚਖੰਡ 'ਤੇ ਪਹੁੰਚ ਜਾਵਾਂਗੇ 38ਵੀਂ ਪੌੜੀ 'ਚ। ਪਰ ਲਾਗੂ ਕਰੀਏ ਜੇ। ਇਕੱਲਾ ਜਪਜੀ ਸਾਹਿਬ ਹੀ ਆਪਾਂ ਨੂੰ ਉਹ ਚੀਜ਼ ਦੇ ਸਕਦਾ ਹੈ ਜੋ ਇੱਕ ਇਨਸਾਨ ਚਾਹੁੰਦਾ ਹੈ। ਜੇ ਆਪਾਂ ਸਟੈਪ ਬਾਈ ਸਟੈਪ ਉਹਨੂੰ ਸਿੱਖਣ ਵਾਸਤੇ, ਉਹਦੇ 'ਤੇ ਚੱਲਣ ਵਾਸਤੇ ਅੱਗੇ ਵਧੀਏ। ਸਦਾ ਸਰੀਵੀ ਇੱਕ ਮਨ ਧਿਆਈ। ਸੇਵੀ ਦਾ ਮਤਲਬ ਮੈਂ ਸੇਵਾ ਕਰਦਾ ਹਾਂ, ਹਮੇਸ਼ਾ ਹੀ ਸੇਵਾ ਕਰਨਾ, ਭਾਵ ਗੁਰੂ ਅਨੁਸਾਰ ਚੱਲਣਾ। ਆਪਣੇ ਮਨ ਵਿੱਚ ਸਿਰਫ ਉਹਦੀਆਂ ਹੀ ਸਿੱਖਿਆਵਾਂ ਨੂੰ ਧਿਆਣਾ, ਜੋ ਗੁਰੂ ਨੇ ਰਾਹ ਦਿਖਾਇਆ ਹੈ, ਸਿਰਫ ਉਹ 'ਤੇ ਹੀ ਚੱਲਣਾ। ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਨਿਆ। ਇੱਦਾਂ ਗੁਰੂ ਅਨੁਸਾਰ ਚੱਲਣ ਵਾਲੇ ਇੱਕ ਦਿਨ ਸੱਚ ਵਿੱਚ ਸਮਾ ਜਾਂਦੇ ਨੇ, ਸੱਚ ਉਹਨਾਂ ਵਿੱਚ ਸਮਾ ਜਾਂਦਾ। ਹੋ ਵਾਰੀ ਜੀਓ ਵਾਰੀ। ਜੇ ਤੁਸੀਂ ਵੀ ਬਾਰ-ਬਾਰ ਸਿਰ 'ਤੇ ਖਾਜ ਕਰਨੀ ਬੰਦ ਕਰ ਦੋਗੇ ਨਾ, ਇੱਕ ਦਿਨ ਆਦਤ ਬਣ ਜੂਗੀ, ਖਾਜ ਹੋਣੀ ਬੰਦ ਹੋ ਜੂਗੀ। ਠੀਕ ਹੈ ਜੀ।
ਹੋਂ ਵਾਰੀ ਜੀਓ ਵਾਰੀ, ਕਹਿੰਦੇ ਗੁਰੂ ਜੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਮੇਰੀ ਜ਼ਿੰਦਗੀ ਵਾਰਨੇ ਜਾਂਦੀ ਹੈ। ਜਗ ਜੀਵਨ ਮਨ ਵਸਾਵਨਿਆ, ਜਿਨ੍ਹਾਂ ਨੇ ਉਹ ਜੀਵਨ ਦੇਣ ਵਾਲੇ, ਦੁਨੀਆ ਨੂੰ ਬ੍ਰਹਿਮੰਡ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਮਨ ਵਿੱਚ ਵਸਾ ਲਿਆ। ਹਰ ਜਗ ਜੀਵਨ ਨਿਰਭਉ ਦਾਤਾ, ਜਿਹੜਾ ਹਰੀ ਪਰਮਾਤਮਾ ਦੁਨੀਆ ਨੂੰ ਜੀਵਨ ਦੇਣ ਵਾਲਾ ਹੈ, ਉਹ ਨਿਰਭਉ ਦਾਤਾਂ ਦੇਣ ਵਾਲਾ ਹੈ। ਗੁਰਮਤਿ ਸਹਿਜ ਸਮਾਵਨਿਆ, ਗੁਰੂ ਦੀ ਮੱਤ ਲੈ ਕੇ ਉਹ ਹੌਲੀ ਹੌਲੀ ਸਹਿਜ ਅਵਸਥਾ ਵਿੱਚ ਮਨ ਵਿੱਚ ਆ ਕੇ ਸਮਾ ਜਾਂਦਾ ਹੈ। ਜੇ ਗੁਰੂ ਦੀ ਮੱਤ ਅਨੁਸਾਰ ਚੱਲੀ ਜਾਂਦੇ ਹਾਂ, ਹੌਲੀ ਹੌਲੀ ਮਾੜੀ ਪ੍ਰੈਕਟਿਸ ਰੋਜ਼ ਕੀਤੀ। ਅੱਜ 5 ਮਿੰਟ ਉਂਗਲੀ ਮਾਰ ਕੇ ਬੈਠੋ, ਕੱਲ੍ਹ ਨੂੰ ਘੜੀ ਦੇਖ ਕੇ 6 ਮਿੰਟ ਬੈਠੋ, ਹਫ਼ਤਾ ਤੱਕ 10 ਮਿੰਟ ਬੈਠੋ, ਹਫ਼ਤੇ ਬਾਅਦ ਉਸ ਦਾ ਟਾਈਮ 1 ਮਿੰਟ ਫੇਰ ਵਧਾ ਦਿਓ। ਇੱਦਾਂ ਹੌਲੀ ਤੁਸੀਂ ਘੰਟਾ 2 ਘੰਟੇ 5 ਘੰਟੇ 10 ਘੰਟੇ ਤੱਕ ਵੀ, ਮਤਲਬ ਲਿਮਟ ਹੀ ਨਹੀਂ ਹੈ ਇਸ ਚੀਜ਼ ਦੀ ਕੋਈ। ਤੁਸੀਂ ਆਪਣੇ ਸਰੀਰ ਨੂੰ ਜਿਹੋ ਜਿਹਾ ਸੋਚੋਗੇ, ਇਹ ਬੋਡੀ ਤੁਹਾਡੀ ਹੋਈ ਜੀ ਬਣਨੀ ਸਟਾਰਟ ਹੋ ਜੂ ਉਸੇ ਦਿਨ ਤੋਂ। ਵੱਲ ਤੁਸੀਂ ਹੁਣ ਪ੍ਰੈਕਟਿਸ ਕਰਨੀ ਹੈ। ਰਹਾਓ ਘਰ ਮਹਿ, ਗੁਰੂ ਜੀ ਕਹਿੰਦੇ ਘਰ ਮਹਿ, ਘਰ ਦਾ ਮਤਲਬ ਸਰੀਰ, ਘਰ ਦਾ ਮਤਲਬ ਘਰ ਮਹਿ, ਘਰ ਵਿੱਚ ਹੀ ਕੀ ਹੈਗਾ? ਧਰਤੀ, ਧੌਲ, ਪਾਤਾਲਾ। ਗੁਰੂ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਇਸ ਸਰੀਰ ਦੇ ਵਿੱਚ ਹੀ। ਧੌਲ ਦਾ ਮਤਲਬ ਇੱਥੇ ਕੋਈ ਬਲਦ ਦੀ ਗੱਲ ਨਹੀਂ ਕਰਦੇ, ਫਿਰ ਗੜਬੜ ਹੋ ਜੂ। ਉਸ ਟਾਈਮ ਪ੍ਰਚਲਿਤ ਸੀ ਨਾ ਵੀ ਧਰਤੀ ਬਲਦ ਸਾਰੇ ਖੜੀ ਹੈ, ਤਾਂ ਗੁਰੂ ਜੀ ਕਹਿ ਰਹੇ ਨੇ ਵੀ ਜਿਹੜੇ ਸਹਾਰੇ ਦੀ ਤੂੰ ਗੱਲ ਕਰ ਰਹੇ ਹੈ, ਜਿਹੜੀ ਧਰਤੀ ਦੀ ਤੂੰ ਗੱਲ ਕਰ ਰਿਹਾ, ਜਿਹੜਾ ਪਤਾਲ ਦੀ ਤੂੰ ਗੱਲ ਕਰ ਰਿਹਾ ਹੈ, ਉਹ ਤੇਰੇ ਅੰਦਰ ਹੈਗਾ। ਇਹ ਸਾਰਾ ਬ੍ਰਹਿਮੰਡ ਤੇਰੇ ਇਸ ਸਰੀਰ 'ਚ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਠੀਕ ਹੈ ਜੀ। ਘਰ ਹੀ ਮਹਿ, ਘਰ ਵਿੱਚ ਹੀ, ਥੋੜ੍ਹਾ ਜਿਹਾ ਰਿਲੈਕਸ ਵਾਸਤੇ ਘਰ ਵਿੱਚ ਹੀ ਮਹਿ, ਘਰ ਵਿੱਚ ਹੀ ਪ੍ਰੀਤਮ ਸਦਾ ਹੈ ਬਾਲਾ, ਉਹ ਪਿਆਰਾ ਜਿਹਾ ਪ੍ਰੀਤਮ ਬਾਲ ਰੂਪ ਦੇ ਵਿੱਚ ਸਦਾ ਹੀ ਇਸ ਘਰ ਵਿੱਚ ਰਹਿ ਰਿਹਾ ਹੈ। ਉਹ ਸੋਹਣਾ ਜਿਹਾ ਪ੍ਰੀਤਮ ਪਰਮਾਤਮਾ ਜੋ ਬਾਲ ਰੂਪ 'ਚ ਹੈ, ਚੰਚਲ ਰੂਪ 'ਚ ਹੈ, ਇਸ ਸਰੀਰ 'ਚ ਰਹਿ ਰਿਹਾ ਹੈ। ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤਿ ਸਹਿਜ ਸਮਾਵਨਿਆ। ਜਿਹੜੇ ਵਿਅਕਤੀ ਗੁਰੂ ਦੀ ਮੱਤ ਲੈ ਕੇ ਸਹਿਜ ਅਵਸਥਾ ਵਿੱਚ ਜੀਵਨ ਜਿੰਦੇ ਨੇ, ਉਸ ਨੂੰ ਸਮਾਉਂਦੇ ਨੇ, ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ, ਅਤੇ ਉਹ ਸੁੱਖਾਂ ਦਾ ਦਾਤਾ ਉਹਨਾਂ ਦੇ ਅੰਦਰ ਹਮੇਸ਼ਾ ਹੀ ਵਸਿਆ ਰਹਿੰਦਾ ਹੈ। ਸਦਾ ਆਨੰਦ। ਖਿਜ ਮੱਤ ਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਖਿਜਣਾ ਵੀ ਕੋਈ ਚੀਜ਼ ਹੁੰਦੀ ਹੈ। ਜਿਵੇਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਵੀ ਦੇਖੀ ਸੀ, ਉਹ ਬੱਚਾ ਆਪਣੇ ਬਾਪ ਉਹਨੂੰ ਪੁੱਛਦਾ ਵੀ ਤੈਨੂੰ ਡਰ ਤਾਂ ਨਹੀਂ ਲੱਗ ਰਿਹਾ? ਕਹਿੰਦਾ ਡਰ ਕੀ ਹੁੰਦਾ, ਪਤਾ ਹੀ ਨਹੀਂ ਸਾਨੂੰ, ਪਤਾ ਹੀ ਨਹੀਂ ਹੋਣਾ ਵੀ ਦੁੱਖ ਕੀ ਹੁੰਦਾ। ਅੰਨਾ ਸੁਖਦਾਤਾ ਮਨ 'ਚ ਵਸਾਇਆ ਹੋਊਗਾ। ਬੋੜੀ ਦੇ ਮਨ ਦੇ ਤਨ ਦੇ ਦੁੱਖਾਂ ਤੋਂ ਆਪਾਂ ਸਮਝਾਂਗੇ ਕੱਖ ਨਹੀਂ। ਇਹ ਅਵਸਥਾ ਬਣਦੀ ਹੈ। ਪਰ ਜੇ ਅਸੀਂ ਸੋਹਣੇ ਬੱਚੇ ਬਣਦੇ ਹਾਂ ਉਸ ਪਰਮਾਤਮਾ ਦੇ, ਨਾ ਕਿ ਚਲਾਕੀ ਵਾਲੇ। ਠੀਕ ਹੈ। ਕਾਇਆ ਅੰਦਰ, ਗੁਰੂ ਜੀ ਕਹਿੰਦੇ ਸਰੀਰ ਦੇ ਅੰਦਰ। ਫਿਰ ਹੋਰ ਵੀ ਕੀ ਹੈਗਾ? ਇੱਕ ਹੋਰ ਚੀਜ਼ ਹੈ, ਹਉਮੈ ਮੇਰਾ। ਹਉਮੈ ਤੇ ਮੈਂ ਵੀ ਅੰਦਰੇ ਬੈਠੀ ਹੈ। ਕੀ ਬੈਠੀ ਹੈ ਇੱਥੇ? ਫੂੰ ਵੀ ਜਿਹੜੀ ਆਪਾਂ ਕਰਦੇ ਹਾਂ ਸਾਰਾ ਦਿਨ, ਮੈਂ ਕਰਦੇ ਹਾਂ। ਹਉਮੈ ਕਰਦੇ ਹਾਂ, ਹੰਕਾਰ ਕਰਦੇ ਹਾਂ, ਉਹ ਵੀ ਅੰਦਰ ਹੀ ਹੈ। ਜੰਮਨ ਮਰਨ ਨਾ ਚੁੱਕੈ ਫੇਰਾ। ਅਤੇ ਜਿਹੜੇ ਇਹਦੇ ਮਗਰ ਲੱਗੇ ਹੋਏ ਨੇ, ਉਹਨਾਂ ਦਾ ਜੰਮਣ ਮਰਨਾ ਕਦੀ ਮੁੱਕਦਾ ਹੀ ਨਹੀਂ ਹੈਗਾ। ਉਹ ਸਾਰਾ ਦਿਨ ਕਦੀ ਖੁਸ਼, ਕਦੀ ਦੁਖੀ, ਕਦੀ ਖੁਸ਼ੀ, ਕਦੀ ਦੁਖੀ, ਕਦੀ ਚਿਹਰਾ ਉੱਤਰ ਗਿਆ, ਕਦੀ ਬਣ ਗਿਆ, ਕਦੀ ਉੱਤਰ ਗਿਆ, ਕਦੀ ਬਣ ਗਿਆ, ਇਹੀ ਬਣਿਆ ਰਹਿੰਦਾ ਹੈ। ਗੁਰਮੁਖ ਹੋਵੈ, ਜਿਹੜੇ ਗੁਰੂ ਦੇ ਅਨੁਸਾਰ, ਗੁਰੂ ਨਾਲ ਜੁੜ ਜਾਂਦੇ ਨੇ, ਗੁਰੂ ਦੇ ਅਨੁਸਾਰ ਚੱਲਣ ਵਾਲਾ ਜੀਵਨ ਪੱਕਾ ਕਰ ਲੈਂਦੇ ਨੇ ਵੀ ਮੈਂ ਤਾਂ ਗੁਰੂ ਦੀ ਗੱਲ ਮੰਨੀ ਹੈ। ਸੋ ਹਉਮੈ ਮਾਰੇ, ਉਹ ਆਪਣੀ ਹਉਮੈ ਨੂੰ ਮਾਰਦੇ ਨੇ, ਫਿਰ ਉਸ 'ਤੇ ਕਾਬੂ ਕਰਦੇ ਨੇ। ਜੇ ਹਉਮੈ ਕਹਿੰਦੀ ਹੈ ਕਿ ਮੈਂ ਫਲਾਣੇ ਬੰਦੇ ਨੂੰ ਨਹੀਂ ਬੁਲਾਉਣਾ, ਹੰਕਾਰ 'ਚ ਆ ਕੇ, ਤਾਂ ਮਨ ਕਹਿੰਦਾ ਵੀ ਕਾਹਦੇ ਵਾਸਤੇ? ਤੇਰਾ ਉਹਨੇ ਕੋਈ ਨੁਕਸਾਨ ਕੀਤਾ, ਤੇਰਾ ਕੋਈ ਬੁਰਾ ਕੀਤਾ,
ਮਾੜੀਆਂ ਮੋਟੀਆਂ ਗੱਲਾਂ ਇਗਨੋਰ ਕਰਨੀਆਂ ਚਾਹੀਦੀਆਂ ਨੇ। ਮਨ ਫਿਰ ਗੁਰੂ ਦੀ ਸਿੱਖਿਆ ਉਹਨੂੰ ਸਮਝਾਉਂਦੀ ਹੈ। ਹਉਮੈ ਮਾਰੇ, ਉਹ ਹਉਮੈ ਨੂੰ ਮਾਰਦਾ ਹੈ, ਨਾ ਕਿ ਇੱਕ ਦੀਆਂ ਚਾਰ ਬਣਾ ਕੇ ਦੱਸਦਾ ਹੈ। ਨਹੀਂ, ਮਨ ਨੇ ਦੱਸਦਾ ਨਾ ਇੱਕ ਦੀਆਂ ਚਾਰ ਬਣਾ ਕੇ, ਤਾਂ ਹੈਗਾ ਹਉਮੈ ਮਾਰੇ। ਸੱਚੋ ਸੱਚ ਧਿਆ ਬਣਿਆ, ਉਹ ਹਮੇਸ਼ਾ ਹੀ ਆਪਣੇ ਸਿਰ ਦੇ ਵਿੱਚ ਉਸ ਸੱਚੇ ਪਰਮਾਤਮਾ ਨੂੰ, ਸੱਚ ਨੂੰ ਹੀ ਧਿਆਉਂਦੇ ਨੇ, ਸੱਚ ਨਾਲ ਹੀ ਜੁੜਦੇ ਹਨ। ਉਹ ਚੰਗੀਆਂ ਗੱਲਾਂ ਨੂੰ ਤਾਂ ਬੜਾ ਕਰਕੇ ਕਰ ਦੱਸਦੇ ਨੇ। ਜੋ ਸੱਚ ਨਾਲ ਜੁੜਦੇ ਨੇ ਉਹ ਵਡਿਆਈਆਂ, ਕਿਸੇ ਦੀ ਮਤਲਬ ਵਧੀਆ ਗੱਲ ਨੂੰ ਹੋਰ ਉਹਦੀ ਸ਼ੋਭਾ ਕਰਦੇ ਨੇ, ਪਰ ਮਾੜੀ ਗੱਲ ਨੂੰ ਉਹ ਲੁਕੋ ਕੇ ਉਲਟਾ ਉਸ ਨੂੰ ਛੋਟਾ ਕਰ ਦਿੰਦੇ ਨੇ। ਆਪਾਂ ਉਲਟ ਕਰ ਦਿੰਦੇ ਹਾਂ, ਚੰਗੀਆਂ ਨੂੰ ਕੱਛ ਵਿੱਚ, ਮਾੜੀਆਂ ਹੱਥ ਵਿੱਚ। ਜਦ ਕਿ ਗੁਰੂ ਜੀ ਕਹਿੰਦੇ ਉਲਟ ਕਰੋ। ਠੀਕ ਹੈ ਜੀ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਇਹ ਜਿਹੜੀ ਦੋਨੇ ਗੱਲਾਂ ਗੁਰੂ ਜੀ ਨੇ ਦੱਸੀਆਂ ਨੇ। ਕਹਿੰਦੇ ਪਾਪ ਵੀ ਤੇ ਪੁੰਨ ਵੀ, ਇਹ ਦੋਨੇ ਭਾਈ ਸਰੀਰ ਦੇ ਅੰਦਰ ਹੀ ਨੇ। ਆਂਦਾ ਨਾ, ਪਾਪ ਤੇ ਪੁੰਨ ਦੇ ਵਿਚਾਰ ਦੋਨੇ ਅੰਦਰ ਹੀ ਪੈਦਾ ਹੁੰਦੇ ਨੇ। ਦੋਹੀ ਮਿਲ ਕੇ ਸ੍ਰਿਸ਼ਟ ਉਪਾਈ, ਦੋਨਾਂ ਨੇ ਮਿਲ ਕੇ ਸਾਡੇ ਦਿਮਾਗ ਦਾ ਸੰਸਾਰ ਰਚ ਰੱਖਿਆ। ਇੱਕ ਆ ਪੁੰਨ ਹੈ, ਆ ਪਾਪ ਹੈ, ਪੁੰਨ ਹੈ, ਪਾਪ ਹੈ, ਉਹ ਚੰਗਾ ਹੈ, ਉਹ ਮਾੜਾ ਹੈ, ਮੈਂ ਐਂ ਕਰਤਾ, ਉਹਨੇ ਐਂ ਨਹੀਂ ਕੀਤਾ, ਫਲਾਣਾ। ਮਤਲਬ ਸਾਰਾ ਅੰਦਰਲਾ ਜਿਹੜਾ ਸੰਸਾਰ ਹੈ ਨਾ, ਉਹਨੇ ਐਂ ਕੀਤਾ ਸੀ, ਮੈਂ ਵੀ ਐਂ ਕਰੂੰਗਾ, ਫਲਾਣਾ ਕਰੂੰਗਾ। ਇਹ ਚੀਜ਼ਾਂ ਨੇ ਅੰਦਰ ਕੀ ਰਚ ਰੱਖਿਆ? ਸੰਸਾਰ। ਇਹ ਸੰਸਾਰ ਰਚਿਆ ਹੋਇਆ ਅੰਦਰੋਂ, ਸਾਰਾ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੋਈ ਹੈ। ਦੋਵੇਂ ਮਾਰ ਜਾਏ ਇੱਕ ਤਾਂ ਘਰ ਆਵੇ, ਗੁਰੂ ਜੀ ਕਹਿੰਦੇ ਦੋਨਾਂ ਨੂੰ ਮਾਰ ਦੇ, ਛੱਡ ਦੇ ਕੀ ਪਾਪ ਹੈ ਕੀ ਪੁੰਨ ਹੈ। ਇੱਕ ਪ੍ਰਭੂ ਦੇ ਦਰ ਤੇ ਆ ਜਾ। ਕਿੱਥੇ ਆ ਜਾ? ਪ੍ਰਭੂ ਦੇ ਦਰ ਤੇ। ਕਿੱਥੇ ਆ ਜਾਓ? ਇੱਕ ਪ੍ਰਭੂ ਦੇ ਦਰ। ਕਿੱਥੇ ਆ ਜਾਓ? ਪ੍ਰਭੂ ਦੇ ਦਰ ਤੇ। ਗੁਰੂ ਦੀ ਸਿੱਖਿਆ ਤੇ ਆ ਜਾ। ਛੱਡ ਆਪਣੇ ਇਸ ਚੀਜ਼ ਨੂੰ ਜ਼ਿਆਦਾ ਉਹ ਕਰਨਾ, ਪਹਿਲਾਂ ਤੂੰ ਸਿੱਖ, ਬਾਅਦ 'ਚ ਕਰੀ ਗੱਲ ਕੋਈ। ਗੁਰਮਤਿ ਸਹਿਜ ਸਮਾਵਨਿਆ, ਫਿਰ ਤੂੰ ਗੁਰੂ ਦੀ ਮੱਤ ਲੈ ਕੇ ਸਹਿਜ ਅਵਸਥਾ ਵਿੱਚ ਸਮਾ ਜਾਵੇਂਗਾ। ਆਤਮਾ ਤੇਰੀ ਅਡੋਲ ਹੋ ਜਾਊਗੀ, ਸਮਝ ਆ ਜਾਊਗੀ ਚੀਜ਼ਾਂ ਦੀ। ਕਿਉਂਕਿ ਜਿਹੜਾ ਵੀ ਇਹ ਪਾਪ ਪੁੰਨ ਹੈ ਨਾ, ਕਹਿੰਦਾ ਤਾਂ ਰੱਬ ਦੇ ਦਰ 'ਤੇ ਜਾ ਕੇ ਪਤਾ ਲੱਗੂ ਕੀ ਪਾਪ ਹੈ ਕੀ ਪੁੰਨ ਹੈ। ਕਈ ਵਾਰ ਆਪਣੇ ਹਿਸਾਬ ਨਾਲ ਉਹ ਪੁੰਨ ਹੁੰਦਾ, ਪਰ ਹੋ ਪਾਪ ਰਿਹਾ ਹੁੰਦਾ। ਸਾਨੂੰ ਨਹੀਂ ਨਾ ਪਤਾ ਕੀ ਪਾਪ ਪੁੰਨ ਦੀ ਡੈਫੀਨੇਸ਼ਨ ਕੀ ਹੈ। ਆਪਣੇ ਹਿਸਾਬ ਨਾਲ ਬਣਾਈਆਂ ਡੈਫੀਨੇਸ਼ਨ ਸਾਰਿਆਂ ਨੇ। ਸਾਡੇ ਹਿਸਾਬ ਨਾਲ ਜੀਵ ਹੱਤਿਆ ਪਾਪ ਹੈ। ਜਿਹੜੇ ਏਰੀਏ ਨੇ ਜਿੱਥੇ ਲੋਕ ਖਾਂਦੀ ਇਹ ਚੀਜ਼ਾਂ ਨੇ, ਉੱਥੇ ਕਿਸੇ ਨੂੰ ਭੋਜਨ ਖਵਾ ਦੋ, ਤੁਸੀਂ ਮਾਰ ਕੇ ਮੱਛੀ, ਉਹ ਅੱਗੋਂ ਪੁੰਨ ਹੈ ਨਾ ਜੀ। ਗੁਰੂ ਜੀ ਕਹਿੰਦੇ ਘਰ ਹੀ ਮਾਹੇ, ਘਰ ਵਿੱਚ ਹੀ ਦੂਜੇ ਭਾਏ ਹਨੇਰਾ। ਕਹਿੰਦੇ ਜੇ ਦੂਜੇ ਭੈ ਵਿੱਚ ਲੱਗਾਂਗੇ, ਦੂਜੇ ਪਾਸੇ ਲੱਗਾਂਗੇ ਜਾ ਕੇ, ਤਾਂ ਇਸ ਘਰ ਵਿੱਚ ਗੁਰੂ ਜੀ ਕਹਿੰਦੇ ਹਨੇਰਾ ਪਸਰਿਆ ਹੋਇਆ ਹੈ। ਕੀ ਪਸਰਿਆ ਹੋਇਆ ਜੀ? ਹਨੇਰਾ ਪਸਰਿਆ ਪਿਆ ਹੈ। ਪਰ ਬਸ ਪਰਮਾਤਮਾ ਅੰਦਰੇ ਰਿਹਾ, ਘਰ ਹੀ ਮਾਂ ਹੈ, ਸਭ ਕੁਛ ਹੈ ਇਸ ਘਰ ਵਿੱਚ। ਗੁਰੂ ਜੀ ਨੇ ਦੱਸਤਾ, ਪਰਮਾਤਮਾ ਵੀ, ਪਿਆਰ ਵੀ, ਸਭ ਘਰ ਵਿੱਚ ਹੈ। ਪਰ ਦੂਜੇ ਪਾਸੇ ਲੱਗਣ ਕਰਕੇ ਅੰਦਰ ਕੀ ਫੈਲ ਗਿਆ? ਹਨੇਰਾ। ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਲੱਗਿਆ, ਕੀ ਫੈਲ ਗਿਆ ਅੰਦਰ? ਹਨੇਰਾ। ਹਨੇਰਾ। ਚਾਨਣ ਹੋਵੇ, ਗੁਰੂ ਜੀ ਕਹਿੰਦੇ ਚਾਨਣ ਹੋ ਜਾਊਗਾ। ਗੁਰੂ ਜੀ ਕੀ ਕਹਿੰਦੇ? ਕਿਵੇਂ ਹੋਊਗਾ? ਛੋੜੈ ਹਉਮੈ ਮੇਰਾ, ਜੋ ਤੂੰ ਹਉਮੈ ਤੇ ਮੇਰਾ ਮੇਰਾ ਛੱਡ ਦੇਗਾ, ਤੇਰੇ ਅੰਦਰ ਕੀ ਹੋ ਜਾਊਗਾ? ਚਾਨਣ। ਕਦੋਂ ਹੋ ਜਾਊਗਾ? ਜਦੋਂ ਤੂੰ ਹਉਮੈ ਤੇ ਮੇਰਾ ਛੱਡ ਦੇਗਾ। ਉੱਚੀ ਬੋਲੋ। ਜਦੋਂ ਤੂੰ ਮਤਲਬ ਥੋੜਾ ਐਕਸਪਲੇਨ ਕਰਕੇ ਸਮਝਾਓ, ਜਿਵੇਂ ਤੁਸੀਂ ਬਾਕੀ ਗੱਲਾਂ ਸਮਝਾਉਂਦੇ ਹੁੰਦੇ ਹੋ। ਤਰੀਕੇ ਨਾਲ ਬੈਠੋ, ਕੁਰਸੀ ਟੁੱਟ ਜਾਏਗੀ। ਬੋਲੋ ਬੀਬੀ ਜੀ। ਹਾਂ, ਆਪਾਂ ਕਿੰਨੇ ਐਕਸਪਲੇਨ ਕਰਦੇ ਹਾਂ ਮਾੜੀ ਜੀ ਗੱਲ ਨੂੰ, ਆਪਾਂ ਕਿੰਨੇ ਬਣਾ ਕੇ ਦੱਸਦੇ ਹਾਂ। ਇਹਨੂੰ ਵੀ ਦੱਸੋ ਥੋੜ੍ਹਾ ਬਣਾ ਕੇ ਆਪਣੇ ਵੱਲੋਂ। ਛੋੜੈ ਹਉਮੈ ਮੇਰਾ, ਛੋੜੈ ਜੋ ਛੱਡਾਂਗੇ ਫਿਰ ਚਾਨਣ ਹੋਵੇਗਾ। ਹਉਮੈ ਮੇਰਾ ਕੀ ਚੀਜ਼ ਹੈ, ਆਪਾਂ ਉਹਦੀ ਗੱਲ ਕਰਦੇ ਸੀ। ਜੋ ਮੇਰੇ ਕੋਲ ਹੁੰਦਾ ਹੈ ਵੀ ਉਹਦੀ ਹੋਣੀ ਹੋਣੀ। ਤੁਸੀਂ ਬੋਲੋ ਬੱਚਾ ਜੀ, ਬੋਲੋ ਜੋ ਤੁਹਾਡੇ ਮਨ 'ਚ ਆ, ਬੋਲੋ।
ਦੇਖੋ ਮਨ ਦੇ ਵਿੱਚ ਬੋਲੋਗੇ ਤਾਂ ਵਿਚਾਰ ਫਿਰ ਨਵੇਂ ਵੀ ਸਟਾਰਟ ਹੋਣਗੇ, ਗਲਤੀ ਕਰੋਗੇ ਫਿਰ ਨਵੇਂ ਵੀ ਆਣਗੇ। ਬੋਲੋ, ਪਹਿਲਾਂ ਤੂੰ ਕੀ ਬੋਲ ਰਿਹਾ ਸੀ? ਤ੍ਰਿਸ਼ਨਾਵਾਂ ਛੱਡ ਦਾਂਗੇ, ਇਹੀ ਹੈ ਮੇਰਾ ਮੇਰਾ ਵੀ ਮੈਨੂੰ ਸਭ ਕੁਝ ਮਿਲ ਜਾਏ, ਮੇਰਾ ਮੈਂ ਹਉ ਮੈਂ, ਤ੍ਰਿਸ਼ਨਾਵਾਂ ਦੀ ਅੱਗ ਜਦੋਂ ਛੱਡ ਦਾਂਗੇ ਫਿਰ ਕੀ ਹੋਊਗਾ? ਅੰਦਰ ਚਾਨਣ, ਚਾਨਣ ਹੋਗਾ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਜੋ ਸ਼ਬਦ ਨੂੰ ਅੰਦਰੋਂ ਪ੍ਰਗਟ ਕਰਾਂਗੇ, ਸਿੱਖਿਆਵਾਂ ਨੂੰ, ਗਿਆਨ ਨੂੰ ਪ੍ਰਗਟ ਕਰਾਂਗੇ, ਸ਼ਬਦ ਗੁਰੂ ਨੂੰ ਅੰਦਰ ਪ੍ਰਗਟ ਕਰਾਂਗੇ, ਫਿਰ ਕੀ ਹੋਊਗਾ? ਸੁਖ ਦਾਤਾ, ਸੁਖ ਪ੍ਰਾਪਤ ਹੁੰਦਾ ਹੈ। ਅਨਦਿਨ ਨਾਮ ਤੇ ਆਵਣਾ, ਜੋ ਦਿਨ ਰਾਤ ਹੁਕਮ ਨੂੰ ਮੰਨ ਕੇ ਜੀਵਨ ਉੱਚੀ ਬੋਲਿਆ ਕਰੋ ਮਹਾਰਾਜ ਜੀ, ਉਧਰ ਕਹਿ ਰਹੇ ਹਾਂ। ਅੰਤਰ ਜੋਤ ਪ੍ਰਗਟ ਪਾਸਾਰਾ, ਫਿਰ ਅੰਦਰਲੀ ਜਦੋਂ ਜੋਤ ਪ੍ਰਗਟ ਹੁੰਦੀ ਹੈ ਉਹ ਪਸਰ ਜਾਂਦੀ ਹੈ, ਪ੍ਰਗਟ ਪਾਸਾਰਾ, ਉਹ ਦਿਖਾਉਂਦੀ ਹੈ ਆਪਣਾ ਸਾਰਾ ਜਲਵਾ। ਫਿਰ ਜਦ ਪ੍ਰਮਾਤਮਾ ਦੀ ਜੋਤ ਅੰਦਰ ਪ੍ਰਗਟ ਸਮਝ ਪੈਂਦੀ ਹੈ, ਚਾਨਣ ਹੁੰਦਾ ਹੈ, ਫਿਰ ਉਹ ਆਪਣਾ ਪਸਾਰਾ ਦਿਖਾਉਂਦੀ ਹੈ ਉਹਨੂੰ, ਫਿਰ ਸਮਝ ਪੈਂਦੀ ਹੈ ਕਿ ਸਭ ਕਿਤੇ ਤੂੰ ਹੀ ਵਸਿਆ ਹੋਇਆ ਹੈ, ਇਹ ਸਭ ਕੁਝ ਤੂੰ ਹੀ ਹੈ। ਫਿਰ ਹਉਮੈ ਹੋ ਘਟਦੀ ਹੈ, ਜਿਹੜੀ ਮਾੜੀ ਮੋਟੀ ਜਾਂਦੀ ਉਹ ਵੀ ਦਬ ਜਾਂਦੀ ਹੈ ਜਦੋਂ ਇਹ ਪਸਾਰਾ ਚਾਨਣ ਪੈਦਾ ਹੁੰਦਾ ਨਾ। ਗੁਰ ਸਾਖੀ ਮਿਟਿਆ ਅੰਧਿਆਰਾ, ਗੁਰੂ ਦੀ ਸਿੱਖਿਆ ਨਾਲ ਇਹ ਹਨੇਰਾ ਮਿਟ ਜਾਂਦਾ ਹੈ। ਕਮਲ ਵਿਗਾਸ, ਕਮਲ ਕਮਲ ਦਾ ਮਤਲਬ ਕਮਲ ਦਾ ਫੁੱਲ ਖਿੜਦਾ ਤਾਂ ਉਦਾਂ ਹੀ ਖੇੜਾ ਅੰਦਰ ਖਿੜਨਾ ਸ਼ੁਰੂ ਹੋ ਜਾਂਦਾ। ਕਮਲ ਵਿਗਾਸ, ਆਨੰਦਮਈ ਖੇੜਾ ਸਟਾਰਟ ਹੁੰਦਾ। ਸਦਾ ਸੁਖ ਪਾਇਆ, ਹਮੇਸ਼ਾ ਲਈ ਅੰਦਰ ਸੁਖ ਆ ਜਾਂਦੇ ਨੇ। ਜੋਤੀ ਜੋਤ ਮਿਲਾਵਨਿਆ, ਇਹ ਜੋਤੀ ਉਸ ਜੋਤ ਵਿੱਚ ਮਿਲ ਜਾਂਦੀ ਹੈ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਫਿਰ ਉਹ ਅੰਦਰ ਆਪਣੇ ਮਹਿਲ ਰਤਨਾਂ ਨਾਲ ਭਰੇ ਦਿਖਾਈ ਦੇਣੇ ਸ਼ੁਰੂ ਕਰ ਦਿੰਦੇ ਨੇ। ਹੁਣ ਦਿਖਦਾ ਵੀ ਅੰਦਰ ਤਾਂ ਖਜ਼ਾਨਾ ਹੀ ਬੜਾ ਪਿਆ ਸੀ, ਮੈਂ ਤਾਂ ਉਹੀ ਨੇੜੇ ਟੱਕਰਾ ਮਾਰਦਾ ਫਿਰ ਗਿਆ ਬਾਹਰ। ਉਹ ਖਜ਼ਾਨੇ ਮਹਿਸੂਸ ਹੁੰਦੇ ਨੇ, ਦਿਖਦੇ ਨੇ, ਉਹਨੂੰ ਵਰਤਦਾ ਬੰਦਾ। ਫਿਰ ਉਹ ਗੁਰਮੁਖ ਪਾਏ ਨਾਮ ਅਪਾਰਾ, ਫਿਰ ਗੁਰੂ ਦੇ ਅਨੁਸਾਰ ਚੱਲਣ ਵਾਲੇ ਅੰਦਰੋਂ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲੈਂਦੇ। ਜਿਹੜਾ ਅਪਾਰ ਹੈ, ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ ਉਹ ਤੱਕ ਪਹੁੰਚੇ ਜਾਂਦਾ ਹੈ। ਉਹਦੀ ਸਮਝ ਪੈਂਦੀ ਹੈ, ਉਹ ਹੁਕਮ ਦੀ ਸਮਝ ਪੈਂਦੀ ਹੈ, ਉਸ ਪ੍ਰਮਾਤਮਾ ਦੇ ਅੰਦਰ ਦਰਸ਼ਨ ਮਹਿਸੂਸ ਹੁੰਦੇ ਨੇ। ਗੁਰਮੁਖ ਵਣਜੇ ਸਦਾ ਵਪਾਰੀ, ਵਪਾਰੀ ਬਣ ਕੇ ਗੁਰੂ ਅਨੁਸਾਰ ਚੱਲਣ ਵਾਲੇ ਸਦਾ ਹੀ ਇਹ ਵਪਾਰ ਕਰਦੇ ਨੇ। ਗੁਰਮੁਖ ਵਣਜੇ ਸਦਾ ਵਣਜ ਨਹੀਂ ਲਾਹਾ ਨਾਮ ਸਦ ਪਾਵਨਿਆ, ਫਿਰ ਜਦੋਂ ਇਹ ਨਾਮ ਦਾ ਵਪਾਰ ਕਰਦੇ ਨੇ, ਚੰਗੇ ਕੰਮਾਂ ਦਾ ਵਪਾਰ, ਜਿਹੜੇ ਵਿਅਕਤੀ ਚੰਗੇ ਗੁਣਾਂ ਦਾ ਵਪਾਰ ਕਰਦੇ ਨੇ ਉਹਨਾਂ ਦੇ ਜੀਵਨ 'ਚ ਲਾਹਾ ਹੀ ਆਉਂਦਾ ਨਾ। ਜਿਹੜੇ ਹਮੇਸ਼ਾ ਹੀ ਦੁਨੀਆ ਦਾ ਭਲਾ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਸਾਰੀ ਦੁਨੀਆ ਯਾਦ ਕਰਦੀ ਹੈ ਨਾ ਉਹਨਾਂ ਨੂੰ। ਲਾਹਾ ਨਾਮ ਸਦ, ਹਮੇਸ਼ਾ ਹੀ ਉਹ ਪਰਮਾਤਮਾ ਦੇ ਨਾਮ ਦਾ ਲਾਹਾ ਲੈਂਦੇ ਨੇ, ਉਸ ਹੁਕਮ ਨੂੰ ਪਹਿਚਾਨਦੇ ਨੇ, ਪ੍ਰਾਪਤ ਹੁੰਦਾ ਹੈ। ਆਪੇ ਵਥ ਰਾਖੈ ਆਪੇ ਦੇ, ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਇਹ ਨਾਮ ਟਿਕਾ ਦਿੰਦਾ ਹੈ। ਫਿਰ ਆਪ ਹੀ ਇਹ ਜੀਵਾਂ ਨੂੰ ਦਾਤ ਦੇ ਦਿੰਦਾ ਹੈ ਜੋ ਗੁਰੂ ਅਨੁਸਾਰ ਚੱਲਦੇ ਨੇ। ਗੁਰਮੁਖ ਵਣਜੈ ਕੇਈ ਕੇ, ਪਰ ਗੁਰੂ ਅਨੁਸਾਰ ਚੱਲਣ ਵਾਲਿਆਂ ਨੂੰ ਹੀ ਇਹ ਸੌਦੇ ਪ੍ਰਾਪਤ ਹੁੰਦੇ ਨੇ। ਇਹ ਦਾਤ ਇਨਾਮ ਜੋ ਗੁਰੂ ਦੇ ਅਨੁਸਾਰ ਚੱਲਦੇ ਨੇ, ਚੰਗੇ ਇਨਸਾਨ ਬਣਦੇ ਨੇ, ਉਹਨਾਂ ਨੂੰ ਹੀ ਇਹ ਪ੍ਰਾਪਤ, ਇਹ ਵਣਜੋ ਵਪਾਰ ਉਹੀ ਕਰਦੇ ਨੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਤਾਂ ਨਾਨਕ ਜੀ ਬੜੇ ਪਿਆਰੇ ਸਾਨੂੰ ਕਹਿ ਰਹੇ ਨੇ, ਜਿਸ ਮਨੁੱਖ ਉੱਤੇ ਫਿਰ ਪਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ ਉਹ ਪ੍ਰਭੂ ਨਾਮ ਪ੍ਰਾਪਤ ਕਰ ਲੈਂਦਾ ਹੈ। ਭਾਵ ਉਸਨੂੰ ਸਮਝ ਪੈ ਜਾਂਦੀ ਹੈ ਕਿ ਨਾਮ ਕੀ ਹੈ, ਹੁਕਮ ਕੀ ਹੈ, ਮੈਂ ਜੀਵਨ ਕੀ ਕਰਨਾ ਵਾਸਤੇ ਆਇਆ ਸੀ। ਕਰ ਕਿਰਪਾ ਮਨ ਵਸਾਵਨਿਆ, ਇਹ ਗੱਲ ਕਿਰਪਾ ਕਰਕੇ ਉਸ ਦੇ ਮਨ ਵਿੱਚ ਵਸਾ ਦਿੰਦੇ ਨੇ ਪਰਮਾਤਮਾ ਜੀ। ਫਿਰ ਉਹ ਰਾਹਾਂ ਤੋਂ ਥੜਕਦਾ ਨਹੀਂ, ਰਾਹ ਸਿੱਧੇ ਹੋ ਜਾਂਦੇ ਨੇ। ਫਿਰ ਦੇਗਾਂ ਵਿੱਚ ਵੀ ਉਬਾਲੇ ਖਾਧੇ, ਤੱਤੀ ਤਵੀਆਂ 'ਤੇ ਵੀ ਬੈਠੇ, ਰੂਹਾਂ 'ਚ ਵੀ ਲਪੇਟ ਕੇ ਅੱਗਾਂ ਲੱਗੀਆਂ, ਬੰਦ ਵੀ ਕੱਟੇ ਗਏ, ਖੋਪਰੀਆਂ ਵੀ ਲੁਹਾ ਲੀਆਂ। ਕੀ ਥੜਕੇ? ਨਹੀਂ ਥੜਕੇ। ਕਿਉਂ? ਕਿਉਂਕਿ ਅੰਦਰ ਵਸ ਗਿਆ ਪਰਮਾਤਮਾ, ਕਿਰਪਾ ਕਰਤੀ, ਸਮਝ ਆ ਗਈ ਕਹਾਣੀ ਨੂੰ। ਸੁਕਰਾਤ ਜ਼ਹਿਰ ਪਿਆਲਾ ਪੀ ਰਿਹਾ, ਥੜਕਿਆ ਆਪਣੀ ਰਾਹ ਤੋਂ, ਕਹਿੰਦਾ ਕੋਈ ਗੱਲ ਨਹੀਂ ਆਉਣ ਦੋ। ਉਹਦਾ ਰਸਤਾ ਸੀਗਾ ਵੀ ਤੂੰ ਦੇਸ਼ ਛੱਡ ਦੇ, ਤੂੰ ਬਚ ਜਾਏਗਾ, ਪਰ ਕਹਿੰਦਾ ਨਾ ਮੈਂ ਨਹੀਂ ਜਾਣਾ, ਨਹੀਂ ਆਪਾਂ ਹੁੰਦੇ ਛੱਡ ਦਿੰਦੇ। ਉਹ ਕਹਿੰਦਾ ਨਹੀਂ,
ਆਂਦੇ ਜਿੱਥੇ ਜ਼ਿੰਦਗੀ ਬੀਤੀ ਰਹੀ ਹੈ, ਮੈਨੇ ਵਧੀਆ ਜ਼ਿੰਦਗੀ ਜੀ ਹੈ, ਮੈਂ ਵੀ ਦੇਖਾਂ, ਇਹਦਾ ਵੀ ਆਨੰਦ ਲਵਾਂ। ਉਹਨੇ ਤਾਂ ਕਿਹਾ ਸੀ ਦੇਖਾਂ ਮੌਤ ਕਹੀ ਜੀ ਹੁੰਦੀ ਹੈ। ਮਤਲਬ ਇਹ ਉਹ ਵਿਅਕਤੀ ਨੇ ਜਿਨ੍ਹਾਂ ਦੇ ਅੰਦਰ ਸੱਚ ਖੜਾ ਹੈਗਾ। ਇਹ ਝੂਠ ਦੇ ਰਸਤੇ ਨਹੀਂ ਤੁਰਦੇ, ਉਹ ਮੌਤ ਤੋਂ ਵੀ ਨਹੀਂ ਡਰਦੇ। ਮੌਤ ਉਹਨਾਂ 'ਤੇ ਕਬਜ਼ਾ ਨਹੀਂ ਕਰ ਸਕਦੀ, ਉਹ ਮੌਤ 'ਤੇ ਕਾਬੂ ਕਰ ਲੈਂਦੇ ਨੇ। ਇਹੀ ਸਿੱਖਿਆਵਾਂ ਸਾਨੂੰ ਗੁਰੂ ਅਮਰ ਪਾਤਸ਼ਾਹ ਦੇ ਰਹੇ ਨੇ। ਆਪਣੇ ਜੀਵਨ ਨੂੰ ਅਸੀਂ ਗੁਰੂ ਅਨੁਸਾਰ ਚਲਾਈਏ ਤਾਂ ਜੋ ਸਾਡੇ ਜੀਵਨ ਦੇ ਵਿੱਚ ਵੀ ਚਾਨਣ ਹੋ ਜਾਵੇ, ਹਨੇਰਾ ਖਤਮ ਹੋਵੇ, ਅਸੀਂ ਵੀ ਗੁਰੂ ਦੇ ਰਾਹਾਂ ਦੇ ਰਾਹੇ ਬਣੀਏ ਅਤੇ ਸਾਨੂੰ ਵੀ ਗੁਰੂ ਆਪਣੇ ਨਾਲ ਵਾਲੇ ਵਪਾਰ 'ਚ ਲਗਾ ਲੈਣ, ਆਪਣੇ ਵਣਜ 'ਚ ਲਗਾ ਲੈਣ। ਠੀਕ ਹੈ ਜੀ, ਅਸੀਂ ਵੀ ਉਹ ਵਣਜ ਕਰੀਏ ਜੋ ਸਾਡੇ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਸੀ, ਅਸੀਂ ਵਣਜਾਰੇ ਬਣੀਏ, ਨਾਮ ਦੇ ਸੱਚ ਦੇ ਵਪਾਰੀ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।